ਕੈਟਾਗਰੀ ਯਾਨੀ ਕਿ ਜਿਹੜੇ ਕਿ ਨਾਰਮਲ ਤੋਂ ਹਟ ਕੇ ਹੈ, ਥੋੜੇ ਡਿਫਰੈਂਟ ਹੈ, ਉਹਨਾਂ ਨੂੰ ਕਹਿੰਦੇ ਆ ਮਿਸਲੇਨੀਅਸ ਕੈਟਾਗਰੀ ਸੈਂਟੈਂਸਸ। ਸੋ ਦਾ ਫਰਸਟ ਵਨ ਇਜ਼ ਇੰਟੈਰੋਗੇਟਿਵ। ਇੰਟੈਰੋਗੇਟਿਵ ਆਪਾਂ ਸਾਰੇ ਕਰ ਚੁੱਕੇ ਹਾਂ, ਨਾਲ ਨਾਲ ਹਰ ਇੱਕ ਟੈਂਸ ਦਾ ਆਪਾਂ ਇੰਟੈਰੋਗੇਟਿਵ ਕਰ ਲਿਆ। ਨੈਕਸਟ ਇਜ਼ ਇੰਪੈਰੇਟਿਵ ਸੈਂਟੈਂਸਸ। ਜਦੋਂ ਆਪਾਂ ਟਰਾਂਸਫੋਰਮੇਸ਼ਨ ਮਾਈਕ ਆਫ ਹਜੇ ਬੰਦ ਆ ਸੈਂਟੈਂਸਸ, ਰਿਹਾ। ਸੌਰੀ ਮੇਜਰ, ਮਾਈਕ ਬੰਦ ਆ ਰਿਹਾ ਤੁਹਾਡਾ, ਤੁਸੀਂ ਸਾਈਨ। ਹਾਂ ਉਹਦੇ ਤੇ ਬੰਦ ਆ ਰਿਹਾ, ਪਰ ਮੇਰੀ ਆਵਾਜ਼ ਤਾਂ ਸੁਣ ਰਹੀ ਹੈ। ਜਿਸ ਮੈਮ ਸੁਣਦੀ ਪਰ ਵੀਡੀਓ ਚ ਨਹੀਂ ਆਏਗੀ, ਰਿਕਾਰਡਿੰਗ ਚ ਨਹੀਂ ਆਏਗੀ ਮੈਮ ਫਿਰ। ਰਿਕਾਰਡਿੰਗ ਬੇਟਾ ਮੈਂ ਲੈਪਟਾਪ ਤੇ ਕਰ ਰਹੀ ਹਾਂ, ਓਕੇ। ਰਿਕਾਰਡਿੰਗ ਮੇਰੀ ਲੈਪਟਾਪ ਤੇ ਚੱਲ ਰਹੀ ਹੈ, ਤੇ ਇਹ ਮੈਂ ਆਫ ਇਹਦੇ ਤੇ ਸਕਰੀਨ ਤੇ ਇਹਦੇ ਤੇ ਲਿਖ ਰਹੀ ਹਾਂ, ਠੀਕ ਹੈ। ਸੋ ਸਕਰੀਨ ਵਾਲਾ ਮੈਂ ਬੰਦ ਕੀਤਾ ਹੋਇਆ ਰਿਕਾਰਡ, ਜਿਹੜੀ ਆਵਾਜ਼ ਹੈਗੀ ਹੈ, ਤਾਂ ਕਰਕੇ ਇੱਥੇ ਰਿਕਾਰਡਿੰਗ ਬੰਦ ਆ ਰਹੀ ਹੈ। ਇੰਪੈਰੇਟਿਵ, ਜਿਹੜੇ ਇੰਪੈਰੇਟਿਵ ਸੈਂਟੈਂਸਸ ਹੈਗੇ ਆ ਉਹਦੇ ਆਪਾਂ ਟਾਈਪਸ ਜਦੋਂ ਕੀਤੀਆਂ ਸੀ, ਟਾਈਪਸ ਆਫ ਸੈਂਟੈਂਸਸ, ਤਾਂ ਇੰਪੈਰੇਟਿਵ ਸੈਂਟੈਂਸਸ ਉਹ ਸੈਂਟੈਂਸਸ ਹਨ ਜਿਨ੍ਹਾਂ ਵਿੱਚ ਕਮਾਂਡ ਆ ਸਕਦੀ ਹੈ, ਆਰਡਰ ਆ ਸਕਦਾ ਹੈ, ਰਿਕੁਐਸਟ ਆ ਸਕਦੀ ਹੈ, ਐਡਵਾਈਸ ਆ ਸਕਦੀ ਹੈ। ਸੋ ਨਾਓ ਲੈਟਸ ਕਮ ਟੂ ਦ ਟਾਈਪਸ ਵਨ ਬਾਏ ਵਨ। ਇੰਪੈਰੇਟਿਵ, ਸਭ ਤੋਂ ਪਹਿਲਾਂ ਆਪਾਂ ਆਰਡਰ ਤੇ ਜਾਵਾਂਗੇ। ਤਾਂ ਇੱਥੇ ਇਨਫਿਨਿਟਿਵ ਵਾਲੇ ਸੈਂਟੈਂਸਸ ਬਣਦੇ, ਯਾਨੀ ਕਿ ਟੂ ਪਲੱਸ ਫਸਟ ਫਾਰਮ ਆਫ ਵਰਬ। ਤਾਂ ਜੇ ਮੈਂ ਕਹਿ ਦਿੱਤਾ ਗੈਟ ਆਊਟ, ਤਾਂ ਗੈਟ ਆਊਟ ਇਜ਼ ਐਨ ਆਰਡਰ, ਰਾਈਟ। ਸੋ ਇਹਦੇ ਵਿੱਚ ਤੁਸੀਂ ਯੂ ਆਰ ਆਰਡਰਡ ਕਰ ਸਕਦੇ ਹੋ, ਹੀ ਇਜ਼ ਆਰਡਰਡ ਕਰ ਸਕਦੇ ਹੋ, ਸ਼ੀ ਇਜ਼ ਆਰਡਰਡ, ਮਰਜ਼ੀ ਹੈ, ਜਿਹੜਾ ਮਰਜ਼ੀ ਸਬਜੈਕਟ ਲਗਾ ਲਓ। ਪਰ ਨੋਰਮਲੀ ਜਿਹੜਾ ਐਕਸੈਪਟਡ, ਮਤਲਬ ਜਿਹੜਾ ਨੋਰਮਲੀ ਚਲਨ ਦੇ ਵਿੱਚ ਹੈ, ਵੈਰੀ ਮਚ ਇਨ ਫੈਸ਼ਨ, ਇਜ਼ ਯੂ ਆਰ ਆਰਡਰਡ ਟੂ ਗੈਟ ਆਊਟ, ਠੀਕ ਹੈ। ਆਪਣੀ ਮਰਜ਼ੀ ਨਾਲ ਜੇ ਤੁਸੀਂ ਦੂਸਰਾ ਵੀ ਕੋਈ ਯੂਜ਼ ਕਰ ਲਿਆ, ਇਹ ਨਾ ਹੋਵੇ ਯੂ ਐਮ ਆਰਡਰਡ ਕਰ ਦੋ ਤਾਂ ਉਹ ਗਲਤ ਹੋ ਗਿਆ ਸੀ, ਠੀਕ ਹੈ। ਸੋ ਇਸ ਕਰਕੇ ਲਾਈਕ ਸ਼ੀ ਇਜ਼ ਆਰਡਰਡ, ਹੀ ਇਜ਼ ਆਰਡਰਡ, ਦੇ ਆਰ ਆਰਡਰਡ ਵਗੈਰਾ ਕੁਛ ਵੀ ਪ੍ਰੋਨਾਊਨ ਤੁਸੀਂ ਯੂਜ਼ ਕਰ ਸਕਦੇ ਹੋ। ਬਟ ਦ ਨੋਰਮਲ ਸੈਂਟੈਂਸ ਦੈਟ ਇਜ਼ ਨੋਰਮਲ ਸਬਜੈਕਟ ਪ੍ਰੋਨਾਊਨ ਯੂਜ਼ਡ ਇਜ਼ ਯੂ। ਗॉट इट। नेक्स्ट आ गया जी shut up. For example, this is the sentence. Shut up again order है, तो order ਲਈ ਆਪਾਂ ਕੀ ਕਰਾਂਗੇ, ਕੀ sentence ਬਣਾਵਾਂਗੇ, ਸ਼ਾਬਾਸ਼ ਅਮਿਤ। shut up ਨੂੰ You ਕੀ are ਬਣਾ, ordered to shut up. you are ordered to shut up, Shut you up. are ordered, right, is ਦੇ ਮਾਰ ਦੇ ਨਾਲ Hmm. third form, it means it is passive, right. You are ordered to Hmm. shut up, क्योंकि shut up is first form of verb, right. That's why we have made use of you are ordered to shut up. Next one is request. Request ਦੇ ਵਿੱਚ ਜਾਂ ਤਾਂ kindly ਵਾਲੇ sentences ਹੁੰਦੇ ਜਾਂ please ਵਾਲੇ sentences ਹੁੰਦੇ। so request is, for example, please help me, ਤਾਂ again सिर्फ की You चेंज are करना है, requested to you help. are requested to help Requested to me, help me. so simple। बस प्लीज ਦੀ ਬਜਾਏ ਪਲੀਜ਼ ਛੱਡ ਦੇਣਾ। ਸਟੂਡੈਂਟਸ ਕੀ ਕਰਦੇ ਆ, ਯੂ ਆਰ ਰਿਕੁਐਸਟਡ ਟੂ ਪਲੀਜ਼ ਹੈਲਪ ਮੀ, ਓ ਬਾਬਾ ਨੋ 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 ਨੋ, ਕਿਉਂਕਿ ਰਿਕੁਐਸਟਡ ਦੇ ਵਿੱਚ ਹੀ ਵਰਡ ਆਪਾਂ ਗੋਲਮੋਲ ਕਰ ਦਿੱਤਾ, ਦੈਟ ਇਜ਼ ਪਲੀਜ਼। ਪਲੀਜ਼ ਨੂੰ ਆਪਾਂ Hmm. ਕਵਰ ਅਪ ਕਰ ਚੁੱਕੇ ਹਾਂ, ਸੋ ਇਸ ਕਰਕੇ ਦੁਬਾਰਾ ਪਲੀਜ਼ ਨਹੀਂ ਲਗਾਣਾ, ਰਾਈਟ। ਇਨਫਿਨਿਟਿਵ ਯੂਜ਼ ਕਰਨਾ ਹੈ, ਇਨਫਿਨਿਟਿਵ ਮੀਨਸ ਟੂ ਪਲੱਸ ਫਸਟ ਫॉर्म। so you are requested to help me, Help. जो वो कहना चाह रहे हैं। next one, just try, kindly take this, yes major, मनी धालीवाल, नवी, कोई भी जना दसो, kindly take this, so what should be the answer, shabash। You are requested to take this. yes, you are requested to take this। all good till here, Amit, major, Manpreet, यस। anyone, Navi, Nirmal, Honey, Varinder, Vivek, ठीक है, all good till here। now let's Hmm. come to next, ਐਡਵਾਈਸ। ਐਡਵਾਈਸ ਦੇ ਵਿੱਚ ਆਪਾਂ ਜਦੋਂ ਕਿਸੇ ਨੂੰ ਨਸੀਹਤ ਦਿੰਨੇ ਆ, ਠੀਕ ਹੈ Vrinda kuch puch raha hai. ਹੈ ਨਾ। ਸੋ ਕਿਸੇ ਨੂੰ ਨਸੀਹਤ ਦਿੰਨੇ ਆ, ਨਸੀਹਤ ਦੇ ਵਿੱਚ ਆਪਾਂ ਤਿੰਨ ਚੀਜ਼ਾਂ ਯੂਜ਼ ਕਰ ਸਕਦੇ ਹਾਂ, ਯਾਨੀ ਕਿ ਉਹਦੀ ਵਿੱਚ ਸੈਂਸ ਤੁਸੀਂ ਸਮਝਣੀ ਹੈ। ਫੋਰ ਐਗਜ਼ਾਮਪਲ ਜੇ ਇੱਕ ਸੈਂਟੈਂਸ ਲਿਖਿਆ ਰਿਸਪੈਕਟ ਯੋਰ ਐਲਡਰਸ, ਆਪਾਂ ਐ ਤਾਂ ਨਹੀਂ ਕਰ ਸਕਦੇ ਆਰਡਰ ਕਰ ਰਹੇ You ਹਾਂ should ਰਿਸਪੈਕਟ respect ਯੋਰ your. ਐਲਡਰਸ, ਹੈ ਨਾ, ਨੋ 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 ਨੋ, ਆਪਾਂ ਕਹਿ ਰਹੇ ਹਾਂ ਜਿਹੜਾ ਕਿ ਥੋੜਾ ਪੋਲਾਈਟ ਭਾਵਨਾ ਹੈ ਕੰਪੈਰੇਟਿਵਲੀ, ਪਰ ਆਪਾਂ ਸਲਾਹ ਦੇ ਰਹੇ ਹਾਂ, ਨਸੀਹਤ ਦੇ ਰਹੇ ਹਾਂ। ਸੋ ਇਹਦੇ ਵਿੱਚ ਸ਼ੁੱਡ ਵਾਲਾ ਸੈਂਟੈਂਸ ਵੀ ਹੋ ਸਕਦਾ। ਫੋਰ ਐਗਜ਼ਾਮਪਲ ਆਈ ਐਮ ਸੇਇੰਗ ਯੂ ਸ਼ੁੱਡ ਰਿਸਪੈਕਟ ਯੋਰ ਐਲਡਰਸ, ਜਾਂ ਸ਼ੁੱਡ ਦੇ ਇਕੁਅਲ ਹੀ ought to ਹੁੰਦਾ ਹੈ। ought to ਜਾਂ should, ਮੰਨ ਲਓ ਤੁਸੀਂ ਕਿਸੇ ਲੈਟਰਸ ਦੇ ਵਿੱਚ ਯੂਜ਼ ਕਰਨਾ ਹੈ, ਕੋਈ ਆਰਟੀਕਲ ਰਾਈਟਿੰਗ ਕਰਨੀ ਹੈ, ਤਾਂ should is synonymous with ought to। should is a modal, ought to is also a modal।
ਤਾਂ ought ਦੇ ਨਾਲ to ਲੱਗ ਜਾਂਦਾ ਹੈ, ਠੀਕ ਹੈ। ਤੇ ਇਸੇ ਤਰੀਕੇ ਨਾਲ ਮਸਟ ਦੇ ਵਿੱਚ ਥੋੜਾ ਜਿਹਾ ਆਪਾਂ ਸਟ੍ਰੈਸ ਪਾ ਦਿੰਨੇ ਆ ਕਿ ਜਿਵੇਂ ਕਹਿ ਲਓ ਕਿ ਤੂੰ ਜੀ ਜਾਂ ਮਰ, ਤੂੰ ਆ ਕੰਮ ਕਰਨਾ ਹੀ ਕਰਨਾ ਹੈ। ਪਰ ਦੇ ਆਪਾਂ ਨਸੀਹਤ ਰਹੇ ਆ, ਵੱਡੇ ਸਾਨੂੰ ਕਹਿੰਦੇ ਨਾ ਵੀ ਤੁਹਾਨੂੰ ਵੱਡਿਆਂ ਦਾ ਆਦਰ ਕਰਨਾ ਚਾਹੀਦਾ, ਤੇ ਇਸ ਕਰਕੇ ਮਿਹਨਤ ਕਰਨੀ ਚਾਹੀਦੀ ਹੈ, ਰਾਈਟ। ਤੈਨੂੰ ਇਹ ਕੋਰਸ ਕਰਨਾ ਹੀ ਚਾਹੀਦਾ ਹੈ, ਤਾਂ ਆਪਾਂ ਮਸਟ ਲਗਾ ਦਿੱਤਾ ਇੱਕ ਤਰੀਕੇ ਨਾਲ, ਹਨਾ। ਸੋ ਸ਼ੁੱਡ, ought to ਜਾਂ ਮਸਟ ਵਰਗੇ ਜਿਹੜੀ ਸੈਂਸ ਦੇਣ ਸੈਂਟੈਂਸ ਦੀ, ਜ਼ਰੂਰੀ ਨਹੀਂ ਹੈ ਵਰਡਸ ਲੱਗੇ ਹੋਣ, ਨੋ 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 ਨੋ, ਇਟਸ ਨਾਟ ਨੈਸੈਸਰੀ। ਪਰ ਉਹ ਜਿਹੜਾ ਮੈਸੇਜ ਦੇ ਰਹੇ ਆ ਉਹ ਇਦਾਂ ਦਾ ਦੇ ਰਿਹਾ ਜਿਹਦੇ ਤੋਂ ਪਤਾ ਲੱਗ ਰਿਹਾ ਭਾਈ ਇਹ ਨਸੀਹਤ ਹੈ, ਗॉट ਇਟ। ਸੋ ਦੈਟਸ ਦ ਪੁਆਇੰਟ, ਓਕੇ ਮਨਪ੍ਰੀਤ, ਇਜ਼ ਇਟ ਕਲੀਅਰ? ਹਾਂਜੀ ਮੈਮ। So, in case such a sentence is there which says respect your elders, ਤਾਂ ਉੱਥੇ ਕੀ ਆ ਜਾਏਗਾ? You are advised but not advice. Advice ਜਿਹੜਾ ਹੈ, ਧਿਆਨ ਨਾਲ ਦੇਖੋ, ਜਿਹੜਾ advice ਹੈ that is a noun. Advise is a verb. ਜਿਵੇਂ requested ਇੱਕ verb ਹੈ, request, requested, requested, requesting. Order, ordered, ordered, ordering. Advise, advised, advised, advising. So this is the word. And advice is, I gave him an advice. ਜਿਵੇਂ ਹੁਣ ਇੱਕ ਸੈਂਟੈਂਸ ਸੀਗਾ, ਕਿੰਨੇ ਲਿਖਿਆ ਹੋਇਆ ਸੀ? People to aware the people. ਹਾਂ, ਮੈਂ ਕਿਸੇ ਦੀ ਚੈਕਿੰਗ ਵਰਕ ਕੀਤਾ। ਤੁਸੀਂ ਨਾ ਇੱਕ ਦੂਸਰੇ ਦਾ ਚੈਕਿੰਗ ਵਰਕ ਦੇਖਣਾ ਕਿੰਨੀ ਐਗਰੈਸਿਵਲੀ, ਮਤਲਬ ਮੈਨੂੰ ਉਸ ਪੂਰੇ ਪੈਰਾਗ੍ਰਾਫ ਦੇ ਵਿੱਚ ਨਾ ਡੁੱਬਣਾ ਪਿਆ, ਇੰਨੀਆਂ ਜ਼ਿਆਦਾ ਮਿਸਟੇਕਸ ਸੀਗੀਆਂ। ਤੁਸੀਂ ਕਈਆਂ ਦੇ ਦੇਖੋ, ਮੈਂ ਰੈੱਡ ਪੈਨ ਲਾ ਕੇ ਉਹ ਹਾਲਤ ਹੋਈ ਪਈ ਹੈ ਨਾ, ਮਤਲਬ ਇਟਸ ਸੋ ਸਟ੍ਰੈਸਫੁਲ ਟੂ ਚੈੱਕ ਸੱਚ ਐਗਰੈਸਿਵਲੀ, ਫਰੈਂਕਲੀ ਸਪੀਕਿੰਗ ਇਟ ਟੇਕਸ ਮੀ so much time, so many minutes, ਠੀਕ ਹੈ। ਸੋ ਜਦੋਂ to aware the people ਹੋ ਹੀ ਨਹੀਂ ਸਕਦਾ, because aware is not a Noun. ਠੀਕ ਹੈ। aware ਤੋਂ awareness ਬਣੇਗਾ, to spread awareness। ਪਲੀਜ਼ ਇਸ ਚੀਜ਼ ਨੂੰ ਐਕਸਟਰਾ ਨੋਟ ਕਰ ਲਓ। ਜਾਂ ਜੇ ਮੈਂ aware ਲਿਖਣਾ ਹੈ, to make the people aware, ਪਲੀਜ਼ aware ਕੱਲਾ to aware ਨੂੰ ਕੱਟ ਦੋ, to aware ਨਹੀਂ ਹੁੰਦਾ, it does not exist at all. Please, those who are doing it, it is totally wrong. So many paragraphs related to environment are there, so many articles related to environment are there, ਉਹਦੇ ਵਿੱਚ ਆਪਾਂ aware word use ਕਰਨਾ ਹੀ ਕਰਨਾ ਹੋਏਗਾ। ਤਾਂ ਇਸ ਚੀਜ਼ ਨੂੰ ਕਾਊਂਟਰਐਕਟ ਕਰਨ ਲਈ ਪਲੀਜ਼ ਟੂ ਅਵੇਅਰ ਵਰਡ ਨੂੰ ਕੱਟ ਦਿਓ, ਪਲੀਜ਼ ਇਹਨੂੰ ਨੋਟ ਡਾਊਨ ਕਰ ਲਓ ਐਕਸਟਰਾ। ਇਹਦੀ ਬਜਾਏ ਸਿਨੋਨਿਮਸਲੀ ਆਪਾਂ ਕੀ ਯੂਜ਼ ਕਰ ਸਕਦੇ ਹਾਂ ਸੈਂਟੈਂਸ ਦਾ? ਟੂ ਮੇਕ ਦ ਪੀਪਲ ਅਵੇਅਰ, ਜਾਂ ਫਿਰ ਟੂ ਸਪਰੈਡ ਅਵੇਅਰਨੈਸ ਅਮੰਗ ਪੀਪਲ। ਗॉट इट? ਚਲੋ ਅੱਗੇ ਚੱਲਦੇ ਹਾਂ ਬੱਚੇ। ਸੋ ਐਡਵਾਈਸ ਦੀ ਗੱਲ ਆ ਰਹੀ ਸੀ, ਰਿਸਪੈਕਟ ਯੋਰ ਐਲਡਰਸ, ਤਾਂ ਫਿਰ ਆਪਾਂ ਕੀ ਬਣਾ ਦਿੱਤਾ? ਯੂ ਆਰ advised to respect your elders, ਠੀਕ ਹੈ। ਇਹਦੀ ਬਜਾਏ ਆਪਾਂ ਜੇ ਇਹ ਸੈਂਟੈਂਸ ਦਿੱਤਾ ਹੁੰਦਾ, you should respect your elders, you must respect your elders, you ought to respect your elders, ਤਾਂ ਵੀ ਆਪਾਂ ਕੀ ਲਿਖਣਾ ਸੀ? you are advised to respect your elders। ਇਹਦੀ ਸੈਂਸ ਇਹ ਬਣ ਰਹੀ ਹੈ, ਠੀਕ ਹੈ। ਨੈਕਸਟ ਵਨ ਇਜ਼ exclamatory sentences, ਜਦੋਂ ਬਹੁਤ strong emotions ਆਪਾਂ show ਕਰਦੇ ਹਾਂ। for example, if I'm going into the class, I'm saying shh, quiet, so my total volume has gone up down, stimulus variation ਆ ਗਈ ਉਹਦੇ ਵਿੱਚ, ਇੱਕਦਮ ਵੇਰੀਏਟ ਕਰ ਗਿਆ, stimulus vary ਕਰ ਗਿਆ, right? so such sentences are called exclamatory. And the example is, what a beautiful painting, right? What a beautiful painting. So instead of saying, we can write down, it is a very beautiful painting. Students ਕੀ ਲਿਖਦੇ? it is a beautiful painting. ਜੇ ਕੱਲੀ ਬਿਊਟੀਫੁਲ ਹੁੰਦੀ ਤਾਂ ਮੈਂ ਇਹ ਨਾ ਕਹਿੰਦੀ what a beautiful painting, ਫਿਰ ਮੈਂ ਕਹਿੰਦੀ beautiful painting, ਠੀਕ ਹੈ। so instead of that,
It's a very is the keyword. So you have to insert very with it is a very beautiful painting if I want to express it in the exclamatory sentence. ਜਾਂ ਇਸੇ ਨੂੰ ਮੈਂ ਦੂਸਰੇ ਤਰੀਕੇ ਨਾਲ ਬਣਾਉਣਾ ਹੈ the painting is very beautiful. ਠੀਕ ਹੈ, got it? ਅਗਲਾ sentence ਤੁਸੀਂ ਬਣਾਓ how beautiful the weather was. ਹੁਣ tense ਬਦਲ ਦਿੱਤਾ ਮੈਂ, ਹੁਣ ਦੱਸੋ ਕੀ ਆਏਗਾ? ਇਹ ਸਮਝ The weather was very beautiful. the weather was very beautiful. ਠੀਕ ਹੈ ਨਾ? ਸੋ ਉੱਪਰ ਵਾਲੇ ਦੇ ਵਿੱਚ what a beautiful painting, it ਆਪਾਂ ਨੂੰ ਆਪਣੇ ਜ਼ਬਰਦਸਤੀ ਲਗਾਉਣਾ ਪਿਆ। ਠੀਕ ਹੈ, ਇਸ ਕਰਕੇ ਥੋੜਾ ਜਿਹਾ ਦਿਮਾਗੀ ਤੌਰ ਤੇ ਥੋੜਾ ਅਲਰਟ ਰਹਿਣਾ ਹੈ। ਕਈ ਜਗ੍ਹਾ ਤੇ देयर इट ਇਹੋ ਜਿਹੇ ਆਪਣੀ ਤਰਫ ਤੋਂ ਹੀ ਪ੍ਰੋਨਾਉਂਸ ਦੀ ਯੂਜ਼ ਕਰਨੀ ਪੈਂਦੀ ਹੈ। ਰਾਈਟ, ਗॉट ਇਟ? ਕੈਨ ਵੀ ਮੂਵ ਫਰਦਰ? ਇਜ਼ ਇਟ ਓਕੇ? ਡਾਈਜੈਸਟਡ ਦ ਫੈਕਟਸ? ਯੈਸ, Yes. right, great. Next is no object type. No object मतलब object ही नहीं हैगा। ਆਪਾਂ क्या, let's revise the rules first. Subject becomes shabash, subject becomes Object. object becomes Object. verb Subject. form always, Third third form. form, tense remains the, Same. full stop remains, Full stop. question mark remains, Question mark. wh remains, WH. who becomes, Bow. b for, By whom? h for, Helping verb. o for, Object. and the rest of the things follow. Do does change into, Is MR. did changes into, Was were. got it? So ਪਰ ਇੱਥੇ object ਹੀ ਨਹੀਂ ਹੈਗਾ ਭਾਈ, ਹੁਣ ਕੀ ਕਰੀਏ? So these sentences are always in the sense of passive voice, always. ਠੀਕ ਹੈ, ਇਹ ਚੀਜ਼ ਦਾ ਗੌਰ ਕਰਨਾ ਹੈ। ਇਹ ਵਿਚਾਰੇ ਸਾਰੇ ਹੀ ਸੈਂਟੈਂਸਸ ਜਿਨ੍ਹਾਂ 'ਚ ਕੋਈ ਆਬਜੈਕਟ ਨਹੀਂ ਹੁੰਦਾ ਐਦਾਂ ਦੇ ਆਣੇ ਆ ਤੁਹਾਨੂੰ, ਐਦਾਂ ਦੇ ਸੈਂਟੈਂਸਸ ਆਉਂਦੇ ਆ। ਐਕਸਕਲਾਮੇਟਰੀ, ਇੰਪੈਰੇਟਿਵ, ਨੋਰਮਲ ਸੈਂਟੈਂਸਸ ਨਹੀਂ ਆਉਂਦੇ। ਉਹ ਸਾਰਾ ਇੱਕ ਦਿਨ ਦਾ ਬੇਸ ਸੀ ਆਪਣਾ। ਨਾਓ ਲੈਟਸ ਕਮ ਟੂ ਦ ਨੈਕਸਟ ਵਨ। ਮਾਈ ਪਰਸ ਵਾਜ਼ ਸਟੋਲਨ, ਮੇਰਾ ਪਰਸ ਚੋਰੀ ਹੋ ਗਿਆ, ਹੈ ਨਾ? ਹੁਣ ਮੇਰਾ ਪਰਸ ਕਿਸੇ ਨੇ ਚੋਰੀ ਕੀਤਾ ਤਾਂ ਕਿੰਨੇ ਚੋਰੀ ਕੀਤਾ? ਤੁਸੀਂ ਆਪਣੇ ਵੱਲੋਂ ਲਗਾ ਦੇਣਾ। मतलब ब्रैकेट दे विच पेंसिल नाल आप ही लिखना है माय पर्स वाज स्टोलन बाय समवन, By the thief. बाय अ थीफ, बाय हिम, बाय हर, कुछ भी लिख दो, बाय यू नो द सर्वेंट, मर्जी है, बस स्पेलिंग सही रखियो। बाय हिम, बाय The हर, thief बहुत stole my आसान, purse. ठीक है ना? बाय समवन, राइट? नेक्स्ट वन इज सो मैं मेरा बनेगा कि a thief stole my हाँ, purse. you know, now if I say this, let me make a sentence out of this. I have not made it very clear. ਹੁਣ ਇਹਨੂੰ ਲੇਬਲ ਕਰਾਂਗੇ ਤਾਂ ਆਪਣੀ ਤਰਫ ਤੋਂ ਆਪਾਂ ਲਗਾ ਦਿੱਤਾ by a thief, ਮੰਨ ਲਓ, ਠੀਕ ਹੈ? So I have made the sentence as having by a thief. ਤਾਂ my purse is subject now, was stolen is verb now, and by a Second form. thief is object, a thief is object. ਹੁਣ ਇਹ ਬਣਾ ਦੋ object becomes Subject. ठीक है? सो अ थीफ आ जाएगा। ਹੁਣ ਨਾ ਉਲਟਾ ਸੋਚਣਾ ਹੈ। Stole ਆਏਗਾ। was stolen ਕਿੱਥੇ ਲਗਾਇਆ ਸੀ? ਜਿੱਥੇ Second second form form. of verb ਸੀ। did changes into was were, right? did changes into was were. so similarly ਜਿੱਥੇ second form ਸੀਗੀ ਉੱਥੇ ਆਪਾਂ was ਜਾਂ were plus third form ਲਗਾ ਲਈ, right? so ਇਸ ਕਰਕੇ ਇੱਥੇ second form ਲੱਗੇਗੀ। someone ਜਾਂ a thief ਜਾਂ he ਜਾਂ she stole my purse. my purse. ठीक है? इसी तरह कई टेंसेस आ सकते हैं। आई एम बीइंग स्कोल्डेड, बस एन्ने आई एम बीइंग स्कोल्डेड अगो मैं लगाता बाय हिम, ठीक है? हुन बनाओ जी ਇਹਦਾ सब्जेक्ट वर्ब ऑब्जेक्ट लेबल He करता, scolds. ऑब्जेक्ट He becomes scolds. subject, he Scolds. being है ing, अच्छा, he is scolding. he is scolding Scolding. किनु me नहीं की सीगा कि है की सी सब्जेक्ट है की सी। सामने पे है I I am am. being scolded by him. अच्छा मैं पढ़िया नहीं। I am being Okay. scolded by him. Major money, try to participate. Amandeep. He is scolding me. He is scolding me. Is scolding. Scolding me. Tense has to remain the same. Same. भूल किता सी
subject becomes object, object becomes subject, verb form always third form, tense remains the same, full stop remains full stop, tense remains the same. So am being scolded ਦਾ ਕੀ ਬਣ ਗਿਆ? is Is them scolding. are scolding. ਉਲਟਾ ਚੱਲਣਾ ਹੈ ਆਪਾਂ, ਉੱਪਰ ਵੱਲ ਨੂੰ ਜਾਣਾ ਹੈ ਰੂਲ ਦੇ, ਠੀਕ ਹੈ? ਰਿਵਾਈਜ਼ਡ? ਯੈਸ ਮਨੀ ਧਾਲੀਵਾਲ, ਅਮਿਤ, ਅਮਨਦੀਪ, ਮੇਜਰ, everyone, could you understand little bit? Yes. Are you sure? Yeah. तेज ਤਾਂ ਨਹੀਂ ਚੱਲ ਰਹੀ ਬੱਚੇ? ਨਵੀ, ਨਿਰਮਲ, ਹਨੀ, ਵਰਿੰਦਰ, ਵਿਵੇਕ? Yes, ma'am. Yes, ma'am. ਆਲ ਗੁੱਡ? ਸਾਰੇ ਪਾਰਟਿਸਿਪੇਟ ਕਰੋ, ਮੈਨੂੰ ਰੋਕਣਾ ਪਵੇ ਕਿ ਇੰਨੀ ਆਵਾਜ਼ ਨਾ ਕਰੋ। ठीक है? Next is, so he is scolding me, right? After this I'm going to give you an exercise. हाले तो मैं immediately बस class लेने ਲਈ मैं घरे आई हाँ. After that I have to go back again. Dual object type. Dual object means ਜਿਸ ਦੇ ਵਿੱਚ ਦੋ objects ਪਏ। ਹੁਣ ਦੋਨੋਂ objects ਚੋਂ ਆਪਾਂ ਫਸਟ ਆਬਜੈਕਟ ਵੀ ਯੂਜ਼ ਕਰ ਸਕਦੇ ਹਾਂ, ਸੈਕਿੰਡ ਆਬਜੈਕਟ ਵੀ ਯੂਜ਼ ਕਰ ਸਕਦੇ ਹਾਂ। ਸੋ ਇਹਦੇ ਵਿੱਚ ਪਹਿਲੇ ਵਾਲੇ ਦੇ ਵਿੱਚ ਪੈਸਿਵ ਵੌਇਸ ਸੀ, ਉਹ ਯੂਨੀਕ ਹੈ, ਲੇਕਿਨ ਇਹ ਫਿਰ ਐਕਟਿਵ ਵੌਇਸ ਹੈ। ਡਾਕਟਰ ਯੋਗਿਤਾ ਟੀਚਿਸ ਅਸ ਇੰਗਲਿਸ਼, ਰਾਈਟ? ਹੁਣ ਡਾਕਟਰ ਯੋਗਿਤਾ ਟੀਚਿਸ ਅਸ ਇਸ ਅ English was taught by Dr. Yogita to us. not was look Is at a the मारा होगा। tense, look at the tense। ਪਹਿਲਾਂ ਅੱਛਾ। ਮੈਨੂੰ ਸਮਝਾ ਲੈਣ ਦੋ ਜਿਨ੍ਹਾਂ ਨੇ ਫਸਟ ਟਾਈਮ ਕਰਨਾ ਨਾ ਬੇਟਾ। ਸੋ ਡਾਕਟਰ ਯੋਗਿਤਾ ਟੀਚਿਸ ਅਸ ਇੱਕ ਆਪਣੇ ਆਪ ਦੇ ਵਿੱਚ ਕੰਪਲੀਟ ਸੈਂਟੈਂਸ ਹੈ, ਲੇਕਿਨ ਨਾਲ ਇੰਗਲਿਸ਼ ਵੀ ਲੱਗ ਗਿਆ। ਇਹਦਾ ਮਤਲਬ ਦੋ ਆਬਜੈਕਟ ਆ ਗਏ, ਆਬਜੈਕਟ 1 ਆਬਜੈਕਟ 2। ਹੁਣ ਇਹਨੂੰ ਕਿਵੇਂ ਬਣਾਵਾਂਗੇ? ਇਹਨਾਂ ਨੂੰ ਲੇਬਲ ਕਰਾਂਗੇ। ਲੇਬਲ ਕਰਕੇ ਪਹਿਲੇ ਆਬਜੈਕਟ ਨਾਲ ਬਣਾਉਂਦੇ ਆ, O1 ਦੇ ਨਾਲ। ਵੀ was ਨਹੀਂ ਆਏਗਾ, ਵੀ ਕਿਉਂਕਿ ਟੀਚਰਸ ਫਸਟ ਫਾਰਮ ਆਫ ਵਰਬ ਪਲਸ ਐਸ, ਸੌਰੀ ਯੈਸ, it changes it to is am are plus third form. We are taught English by Dr. Yogita, right? Similarly मैं O2 ਚੱਕਦੀ ਹਾਂ, object 2। object 2 ਜਦੋਂ ਚੱਕਿਆ English, ਤਾਂ English ਕੀ ਹੈ? is am are ਚੋਂ is third form of verb teach ਦਾ, Being. taught ਨਹੀਂ, being ਨਹੀਂ ਆਏਗਾ। ਜੇ ਹੁੰਦਾ ਡਾਕਟਰ ਯੋਗਿਤਾ is teaching us English ਤਾਂ being ਆਉਂਦਾ, ing ਵਾਲੇ ਦੇ ਵਿੱਚ being ਆਏਗਾ, ਠੀਕ ਹੈ? ਸੋ ਇੱਥੇ ਕੁਛ ਨਹੀਂ ਹੈ, ਫਸਟ ਫਾਰਮ ਆਫ ਵਰਬ ਹੈ। ਫਸਟ ਫਾਰਮ ਆਫ ਵਰਬ ਜਾਂ ਨਾਲ SES ਹੋਵੇ ਤਾਂ is am are plus third form, got it? So English is taught ਇੱਥੇ to us by Dr. Yogita ਜਾਂ By Dr. Yogita to us भी हो सकता है। हाँ, by Dr. Yogita to us भी आ सकता है, वो भी मैं लिखा हुआ है आगे। मैम जे एक मिनट सुनिए जरा। English is being taught by Dr. Yogita। ਇਹ ਤਾਂ ये ਫਿਰ गलत है? ਸਿੰਪਲ ਇੰਗਲਿਸ਼ ਇਜ਼ ਬੀਇੰਗ ਟੌਟ, ਇਟ ਤਾਂ ਪੈਸਿਵ ਵੌਇਸ ਹੈ ਨਾ। ਡਾਕਟਰ ਯੋਗਿਤਾ ਇਜ਼ ਟੀਚਿੰਗ ਅਸ ਇੰਗਲਿਸ਼, ਉਹ ਤਾਂ ਸਿੰਪਲ ਫਿਰ ਉਹ ਬੰਦਾ ਹੈਗਾ ਕਿ ਬੋਲਦੇ ਪਏ ਹੋ। ਇੱਕ ਆਬਜੈਕਟ ਹੈ ਬੱਚੇ, ਉਹ ਤਾਂ ਨਾਰਮਲ ਸੈਂਟੈਂਸ ਹੈ, ਤੁਸੀਂ ਪਹਿਲਾਂ ਹੀ ਪੈਸਿਵ ਬੋਲ ਰਹੇ ਹੋ ਅੱਛਾ, ਇਹ ਆਲਰੇਡੀ ਪੈਸਿਵ ਚ ਪਿਆ ਜੀ ਨਾ। ਤੁਸੀਂ ਇਹ ਤਾਂ active ਜਿਹੜਾ ਚ- ਬੋਲਿਆ ਉਹ ਪੈਸਿਵ ਚ ਬੋਲਿਆ ਬੱਚੇ। ਹਾਂਜੀ, ਉਹ ਪੈਸਿਵ ਚ ਮੈਂ ਬੋਲਿਆ ਜੀ। ਹਾਂਜੀ ਹਾਂ, ਠੀਕ ਹੈ ਨਾ। ਯੋਗਿਤਾ ਇਜ਼ ਟੀਚਿੰਗ ਅਸ, ਬਸ ਤੁਸੀਂ ਇੰਨਾ ਬੋਲਿਆ। ਨਹੀਂ, ਮੈਂ ਕਿਹਾ ਇੰਗਲਿਸ਼ ਇਜ਼ ਬੀਇੰਗ ਟੌਟ ਬਾਏ ਯੋਗਿਤਾ, ਬਾय ਠੀਕ ਹੈ। डॉक्टर योगिता। ਹਾਂ, being taught बोल दिया, गलत बोल दिया ਬੋਲਦਾ मैम। ਨਾ, being taught ਪਹਿਲਾਂ ਹੀ ਪੈਸਿਵ ਬਣਾਤਾ ਬੇਟਾ ਤੁਸੀਂ, ਹਨੀ। मैम बीइंग क्यों नहीं लाना, मैं वही पूछ रहा जी। ਮੈਂ ਕਿਉਂਕਿ ਉਹ ਆਲਰੇਡੀ ਪੈਸਿਵ ਹੈ, ਕਿਸ ਤੇ ਨਹੀਂ ਲਗਾਣਾ ਜਿਹੜਾ ਮੈਂ ਹੁਣ ਲਿਖਿਆ। हाँ जी, योगिता डॉक्टर योगिता वाला ਮੇਰੀ ਗੱਲ मैम। ਸੁਣੋ, ਮੇਰੀ ਗੱਲ ਸੁਣੋ, ਇੱਥੇ ਕਿਉਂ ਨਹੀਂ ਲੱਗਣਾ? ਕਿਉਂਕਿ ing ਨਹੀਂ ਹੈ, ਸਿੰਪਲ ਪ੍ਰੈਜ਼ੈਂਟ ਟੈਂਸ ਹੈ। ਸਿੰਪਲ ਪ੍ਰੈਜ਼ੈਂਟ ओके ਟੈਂਸ ओके, ਦਾ इस ਰੂਲ लगना ਕਹਿੰਦਾ होंगे, ਹੈ इस हमारा लगेगा। ਹੈ ਨਾ, ਸਿੰਪਲ ठीक ਪ੍ਰੈਜ਼ੈਂਟ है जी, ਟੈਂਸ, ठीक है। ਠੀਕ ਹੈ ਜੀ। ठीक है ਟੈਂਸ मैम। ਰਿਮੇਨਸ ਦ ਸੇਮ। ਜੇ ਪ੍ਰੈਜ਼ੈਂਟ ਕੰਟੀਨਿਊਅਸ ਹੁੰਦਾ ਤਾਂ ਉਹਦੇ ਚ ਬੀਇੰਗ ਲੱਗ ਜਾਣਾ ਸੀ ਬੇਟਾ, ठीक है मैम, आ गया फॉलो। ਕੁਐਸਚਨ ਦੇ ਅਕੋਰਡਿੰਗਲੀ ਆਨਸਰ ਬਣੇਗਾ। ਦੇਖੋ ओके। ਜੇ ਤੁਸੀਂ ਇਸ ਚੋਂ ਨੰਬਰ ਕਟਵਾਉਂਦੇ ਹੋ ਨਾ ਤਾਂ ਬਹੁਤ ਮੂਰਖਤਾ ਵਾਲੀ ਗੱਲ ਹੈ। सही It's गल है just like maths. You get one or you get none. ਠੀਕ ਹੈ, ਥੋੜਾ ਜਿਹਾ ਬਸ ਪਰਫਾਰਮੈਂਸ ਨੂੰ ਸੈੱਟ ਕਰਨ ਦੀ ਲੋੜ ਹੈ, ਅਦਰਵਾਈਜ਼ ਮੈਨੂੰ ਲੱਗਦਾ ਇੰਨਾ ਬੁਰਾ ਹਾਲ ਹੈ ਨਹੀਂਗਾ। ਤੁਸੀਂ ਬਸ ਸਲੀਕਾ ਥੋੜਾ ਜਿਹਾ ਵਧੀਆ ਕਰ ਲਓ ਆਪਣਾ ਪੇਪਰ ਲਿਖਣ ਦਾ, ਸਾਰੇ ਜਣੇ ਥੋੜਾ ਜਿਹਾ ਨਾ, ਮਤਲਬ ਯੂ نو ਲਾਈਕ ਕੰਪਰੈਸਡ ਫਾਰਮ ਦੇ ਵਿੱਚ, ਉਹ ਫਿਲਾ ਕੇ ਨਹੀਂ, ਜਗ੍ਹਾ ਖਾਲੀ। ਹਮੇਸ਼ਾ ਜਿਹੜਾ ਵੈਕਿਊਮ ਹੁੰਦਾ ਨਾ ਉਹ ਐਗਜ਼ਾਮੀਨਰਸ ਨੂੰ ਇਰੀਟੇਟ ਕਰਦਾ ਹੈ।
Vacuum in the sense if there are lots of spaces left in between the sentences which don't make any sense. ਯਾਨੀ ਕਿ ਇੱਕ ਪੇਜ ਤੇ ਜਿਹੜਾ ਕੰਮ ਹੋ ਸਕਦਾ ਸੀ ਉਹ 3 ਪੇਜਾਂ ਤੇ ਖਿਲਾਰਿਆ, ਪਾਣੀ 'ਚ ਇੰਨਾ ਦੁੱਧ ਪਾ ਲਿਆ ਵੀ ਪਾਣੀ ਹੀ ਪਾਣੀ ਹੈ, ਦੁੱਧ ਹੈ ਹੀ ਨਹੀਂ. The quality gets so subtle, so diffused. It just is not, examiner is not mentally ready to check that paper. That irritates him. ਮੈਨੂੰ ਵੀ ਇੰਨੇ ਸਾਲ ਹੋ ਗਏ, 17 ਸਾਲ ਹੋ ਗਏ ਚੈਕਿੰਗ ਕਰਦਿਆਂ, ਤਾਂ I know what irritates an examiner. ਇਸ ਵਾਰੀ ਚੈਕਿੰਗ ਲਈ ਲੈ ਲੂੰਗੀ ਮੈਂ ਪੇਪਰ, ਦੂਜੇ ਪਾਸੇ ਤਾਂ ਮੈਨੂੰ ਹਲੇ ਦਾ ਨਹੀਂ ਮਿਲ ਰਿਹਾ. ਚਲੋ, ਪ੍ਰੈਪੋਜ਼ੀਸ਼ਨਲ ਦੇ ਵਿੱਚ ਦੋ ਤਰ੍ਹਾਂ ਦੀਆਂ ਪ੍ਰੈਪੋਜ਼ੀਸ਼ਨਸ ਹੁੰਦੀਆਂ ਕੀ ਹੈ. ਸਪੋਜ਼ ਆਈ ਸੇ I am dash radio, listen word ਲਿਖਿਆ ਹੋਇਆ, ਤਾਂ ਬਹੁਤ ਸਾਰੇ ਸਟੂਡੈਂਟਸ ਲਿਖ ਦਿੰਦੇ ਆ I am listening radio. ਉਹ wrong ਹੈ. I am listening to the radio ਜਾਂ listening to radio, ਵੈਸੇ ਦ ਲਗਾਈਦਾ, ਪਰ I am listening to. ਮੇਨ ਮੁੱਦਾ ਹੈ ਲਿਸਨ ਦੇ ਨਾਲ ਹਮੇਸ਼ਾ ਟੂ ਹੀ ਰਹੇਗਾ. ਮੈਂ ਕੁਛ ਲਿਖਿਆ ਹੋਇਆ ਭੇਜਿਆ ਤੁਹਾਨੂੰ ਪ੍ਰੈਪੋਜ਼ੀਸ਼ਨ, ਕੁਛ ਪੇਜਸ 8 10 12 ਪੇਜਸ ਹੈ, ਉਹ ਪ੍ਰੈਪੋਜ਼ੀਸ਼ਨਸ ਨੂੰ ਆਪਾਂ ਰਿਵਾਈਜ਼ ਕਰਾਂਗੇ, ਉਹ ਫਿਰ ਤੁਹਾਡੇ ਦਿਮਾਗ ਦੇ ਵਿੱਚ ਬੈਠ ਜਾਣਗੀਆਂ. ਉਹਨੇ ਰਿਵਾਈਜ਼ ਵੀ ਬੜੇ ਇੰਟਰਸਟਿੰਗ ਤਰੀਕੇ ਨਾਲ ਕਰਨਾ, ਕਿਉਂ ਵਰਿੰਦਰ, ਹੈ ਨਾ ਬਈ. ਚਲੋ, ਹੁਣ ਇੱਕ ਚੀਜ਼ ਤਾਂ ਆ ਜਾਂਦੀ ਹੈ ਕਿ ਪ੍ਰੈਪੋਜ਼ੀਸ਼ਨ ਨੂੰ ਆਪਾਂ ਬਾਹਰੋਂ ਐਡ ਕਰੀਏ. For example, I'm listening. For example, ਆ ਜਿਵੇਂ sentence ਲਿਖਿਆ ਹੋਇਆ, this jug contains milk. Preposition ਨਹੀਂ ਹੈ ਇਹਦੇ 'ਚ, ਪਰ ਇਹ sentence ਇੱਦਾਂ ਦਾ ਹੈ ਜਿਹਦੇ ਵਿੱਚ ਆਪਾਂ ਨੂੰ ਇੰਨੀ knowledge ਚਾਹੀਦੀ ਹੈ. ਉਹੀ 2-4 sentences ਹੈ ਜਿਹੜੇ ਤੁਸੀਂ ਰੱਟਾ ਚੜਾਉਣਾ ਹੈ, ਉਹਦੇ ਨਾਲ ਦੇ ਹੀ prepositions ਆਉਂਦੀਆਂ. ਸੋ ਇਹ ਬਹੁਤ ਕਾਮਨ ਸੈਂਟੈਂਸ ਹੈ, this jug contains milk. ਇਹਦੇ 'ਚ ਕੋਈ preposition ਨਹੀਂ ਹੈ. ਜਦੋਂ ਕੋਈ ਪ੍ਰੈਪੋਜ਼ੀਸ਼ਨ ਨਹੀਂ ਹੈ ਤਾਂ ਬਾਏ ਵੀ ਨਹੀਂ ਲੱਗਣਾ, ਤੁਸੀਂ ਇੱਕ ਪ੍ਰੈਪੋਜ਼ੀਸ਼ਨ ਇਹਦੇ 'ਚ ਐਡ ਕਰਨੀ ਹੈ. ਕਿਸ ਤਰ੍ਹਾਂ? ਲੈਟਸ ਟੇਕ ਅਪ ਐਨ ਐਗਜ਼ਾਮਪਲ. In the milk. No. The contained in this jug, not in this milk but in this jug. ਠੀਕ ਹੈ, ਸਬਜੈਕਟ ਵਰਬ ਆਬਜੈਕਟ ਨੂੰ ਲੇਬਲ ਕਰ ਦਿੱਤਾ. ਲੇਬਲ ਕਰਨ ਤੋਂ ਬਾਅਦ ਆਪਾਂ ਇਹਦੇ ਚੇਂਜਸ ਕਰ ਦਿੱਤੀਆਂ ਪੋਜੀਸ਼ਨਸ. So milk is contained by this jug ਨਹੀਂ ਆਣਾ. In Milk this is jug. contained in this jug. Contain in is a preposition. Got it? Okay. Similarly, your conduct means behavior. Your behavior surprises me. Conduct is behavior. So there is no preposition. But how will we come to know? Because surprise at ਹੁੰਦਾ ਹੈ, shocked at ਹੁੰਦਾ ਹੈ, right? So laughed at ਹੁੰਦਾ ਹੈ, right? So ਇੱਦਾਂ ਦੇ ਜਿਹੜੀਆਂ prepositions ਹੁੰਦੀਆਂ ਉਹ ਸਾਹਮਣੇ ਸੈਂਟੈਂਸ 'ਚ ਤੁਹਾਨੂੰ ਲੱਗੇਗਾ ਨਾਰਮਲ ਸੈਂਟੈਂਸ ਹੈ, ਮੈਂ ਬਾਏ ਲਗਾ ਦੇਵਾਂ. ਇੱਕੋ ਹੀ ਚੀਜ਼ ਤਾਂ ਐਗਜ਼ਾਮੀਨਰ ਨੇ ਚੈੱਕ ਕਰਨੀ ਹੈ ਕਿ ਤੁਸੀਂ ਬਾਏ ਤਾਂ ਨਹੀਂ ਲਗਾਇਆ. ਤਾਂ ਬਾਹਰ ਆ ਕੇ ਆਪਾਂ ਭੰਗੜਾ ਪਾਉਂਦੇ, ਮੇਰਾ ਸੈਂਟੈਂਸ ਠੀਕ ਹੋ ਗਿਆ. ਇਟ ਇਜ਼ ਨਾਟ. You lose those marks. So you have to behave in a very smart manner. So takriban 100 something 117 or 13 prepositions ਨੂੰ ਰੱਟਾ ਚੜਾ ਲਾਂਗੇ. ਉਹਨਾਂ ਦੇ ਮੀਨਿੰਗਸ ਵੀ prepositions ਹੀ ਹੈਗੇ ਆ. ਕਈਆਂ ਦੇ 2 ਜਾਂ 3 ਮੀਨਿੰਗਸ ਵੀ preposition ਹੈ. ਤਾਂ ਕਰਾ ਕੇ ਤਕਰੀਬਨ 300 prepositions ਆਪਾਂ ਯਾਦ ਕਰਕੇ ਹੀ ਜਾਵਾਂਗੇ. ਉਹ ਤੋਂ ਬਾਅਦ ਕੁਝ ਨਹੀਂ ਆਉਂਦਾ, ਉਦੋਂ ਬਾਹਰ ਹੈ ਹੀ ਨਹੀਂ ਕੁਝ ਖਾਸ. ठीक है, so we shall revise that. Next one is when the preposition is there but then you also have to add by. यानी कि ਜਿਹਦੇ ਕੋਲ ਕੱਖ ਨਹੀਂ ਉਹਦੇ ਕੋਲ ਕੱਖ ਨਹੀਂ, ਜਿਹਦੇ ਕੋਲ ਆਲਰੇਡੀ ਸਮਾਨ ਹੈ ਉਹਨੂੰ ਹੋਰ ਦੇਈ ਜਾਓ. ਠੀਕ ਹੈ ਨਾ? So mind, keep this in your mind. Preposition है, for example, I listen to the songs, right? So ਇਹਨੂੰ label ਕਰ ਦਿੱਤਾ. The songs are listened to. ਇੱਥੇ ਮੇਰਾ ਖਿਆਲ ਕਿਸੇ ਸਟੂਡੈਂਟ ਨੇ, ਆਪਣੀ ਗਰਲ ਸਟੂਡੈਂਟ ਨੇ ਨਾ, ਕਿਸੇ ਨੇ ਆਨਸਰ ਦਿੱਤਾ ਸੀਗਾ ਔਰ ਉਹ ਪ੍ਰੈਪੋਜ਼ੀਸ਼ਨ ਦੇ ਨਾਲ ਬਹੁਤ ਅੱਛਾ ਸੈਂਟੈਂਸ, ਬਿਲਕੁਲ ਕਰੈਕਟ ਸੈਂਟੈਂਸ ਬਣਾ ਲਿਆ ਸੀ. ਆਈ ਥਿੰਕ ਇਟ ਵਾਸ ਮਨਪ੍ਰੀਤ ਔਰ ਅਮਨਦੀਪ. ਸੋ ਦੈਟ ਵਾਸ ਸੋ ਗੁੱਡ, ਹੈ ਨਾ? ਸੋ ਆਲਰੇਡੀ ਪ੍ਰੈਪੋਜ਼ੀਸ਼ਨ ਸੀਗੀ ਲਿਸਨ ਟੂ, ਉਹਨੂੰ ਲਿਸਨਡ ਟੂ ਬਣਾਇਆ ਥਰਡ ਫਾਰਮ ਆਫ ਵਰਬ, ਨਾਲ ਬਾਏ ਵੀ ਲਗਾਉਣਾ ਪਏਗਾ ਜਿੱਥੇ ਪ੍ਰੈਪੋਜ਼ੀਸ਼ਨ ਹੈ ਆਲਰੇਡੀ. ਤਾਂ ਇਹ ਤਾਂ ਬਹੁਤ ਸੌਖਾ ਹੋ ਗਿਆ. ਪ੍ਰੈਪੋਜ਼ੀਸ਼ਨ ਹੈਗੀ ਹੈ, ਨਾਲ ਬਾਏ ਜੜ ਦੋ, ਸਿੰਪਲ. ਠੀਕ ਹੈ ਜੀ, ਇੰਨਾ ਕਲੀਅਰ ਹੋ ਗਿਆ?
ਮੇਜਰ ਮਨੀ ਨਵੀ ਹਾਂਜੀ ਅਮਿਤ ਅਮਨ ਹਾਂਜੀ ऑल गुड ठीक है ठीक है ਅੱਗੇ ਚਲਿਏ ਹੁਣ ਆ ਗਏ ਲੈਟ ਵਾਲੇ ਸੈਂਟੈਂਸਸ ਲੈਟ ਵਾਲੇ ਸੈਂਟੈਂਸਸ ਦੇ ਵਿੱਚ ਦੋ ਤਰੀਕੇ ਦੇ ਸੈਂਟੈਂਸਸ ਬਣਦੇ ਆ ਇੱਕ ਦੇ ਵਿੱਚ ਆਪਾਂ ਲੈਟ ਨੂੰ ਨਹੀਂ ਹਿਲਾਉਂਦੇ ਇੱਕ ਦੇ ਵਿੱਚ ਆਪਾਂ ਲੈਟ ਨੂੰ ਹਿਲਾ ਦਿੰਦੇ ਆ ਠੀਕ ਹੈ ਇੱਕ ਗੱਲ ਤੇ ਮੈਂ ਕਿਹਾ ਕਿ ਆਓ ਚਲੋ ਆਪਾਂ ਨਾ ਚੱਲਦੇ ਆਂ ਵਾਕ ਕਰਨ ਚੱਲਦੇ ਆਂ है ना एक तो मैं ये कह देता और दूसरा मैं कह देता प्लीज मैनू कम करन दो तो दोनों दा जड़ा सेंस है वो लेट वाला ही है फॉर एग्जाम्पल इफ आई से लेट अस गो फॉर अ वॉक सो आई एम सजेस्टिंग यू टू गो फॉर अ वॉक विद मी निर्मल कि मैं सजेस्ट कर रही हूँ आओ चलिए आप वॉक करन मैं तुहानू सलाह दे रही हूँ आ जाओ आप चलते हैं है ना दूसरी जगह मैं कहनी है प्लीज मतलब प्लीਜ਼ ਨਹੀਂ ਸੌਰੀ ਲੈਟ ਮੀ ਫਿਨਿਸ਼ ਦਿਸ ਵਰਕ ਮੈਨੂੰ ਇਹ ਕੰਮ ਕਰਨ ਦਿਓ ਰਾਈਟ ਸੋ ਜੇ ਇਦਾਂ ਦੇ ਸੈਂਟੈਂਸਸ ਹੁਣ ਇਹਨਾਂ ਦੋ ਤਰ੍ਹਾਂ ਦੇ ਸੈਂਟੈਂਸਸ ਦੇ ਵਿੱਚ ਆਪਾਂ ਕਿਸ ਤਰ੍ਹਾਂ ਚੇਂਜਸ ਕਰਨੀ ਹੈ ਜਿੱਥੇ ਤਾਂ ਹੈ ਲੈਟ ਮੀ ਫਿਨਿਸ਼ ਦਿਸ ਵਰਕ ਠੀਕ ਹੈ ਉਹਨੂੰ ਲੈਟ ਨਾਲ ਹੀ ਸ਼ੁਰੂ ਕਰ ਸਕਦੇ ਹੋ ਲੈਟ ਦਿਸ ਵਰਕ ਬੀ ਫਿਨਿਸ਼ਡ ਬਾਈ ਮੀ ਗॉट ਇਟ ਲੈਟ ਤੋਂ ਬਾਅਦ ਲੈਟ ਹੀ ਚੱਕ ਲਿਆ ਮੀ ਫਿਨਿਸ਼ ਦਿਸ ਵਰਕ ਨੂੰ ਆਪਾਂ ਲੇਬਲ ਕਰ ਲਿਆ ਮੀ finish me is subject finish is verb and this work is object interestingly let wale sentences de vich me da me hi rahega pronoun is going to remain the same got it yes or no all good जी निर्मल सही है निर्मल you are not responding hun ta main punjabi vi shuru karti naal naal I am going in a balanced manner ठीक है hun ta satisfied ho ਮੈਮ ਹਾਂਜੀ ਠੀਕ ਹੈ ਫਿਰ ਵੀ ਮੈਨੂੰ ਦੱਸ ਦਿਓ ਜੇ ਹਜੇ ਵੀ ਕੁਝ ਦਿੱਕਤ ਹੈ ਇਸ ਤੋਂ ਘਟਾਣਾ ਤਾਂ ਫਿਰ ਇੰਗਲਿਸ਼ ਦਾ ਪੇਪਰ ਨਹੀਂ ਰਹੇਗਾ ਉਹ ਪੰਜਾਬੀ ਦਾ ਹੀ ਬਣ ਜੂਗਾ ਹੈ ਨਾ ਨੈਕਸਟ ਵਨ ਇਜ਼ ਲੈਟ ਅਸ ਗੋ ਫॉर ਅ ਵਾਕ ਹੈ ਨਾ ਸੋ ਇਸੇ ਨੂੰ ਵੀ ਆਪਾਂ ਕਿਵੇਂ ਲਵਾਂਗੇ ਹੁਣ ਲੈਟ ਅ ਵਾਕ ਬੀ ਗੋਨ ਬਾय ਅਸ ਕੋਈ ਗੱਲ ਨਹੀਂ ਬਣਦੀ ਬਣਾ ਕੇ ਦੇਖੋ ਨਹੀਂ ਬਣ ਰਿਹਾ ਨਾ ਸੋ we can say it is suggested that we should go for a walk ठीक है it is suggested word उथे insert करांगे so you have to see to that which kind of a sentence can be transformed into what kind ਇਹ ਤੁਹਾਡੀ ਉਥੇ gut feeling ਦੱਸੇਗੀ ਜੇ ਪ੍ਰੈਕਟਿਸ ਕੀਤੀ ਹੋਏਗੀ ਕਿ ਮੈਂ ਹੁਣ ਇੱਥੇ ਕੀ ਲਗਾਵਾਂ ਤਾਂ it is suggested ਵੀ ਆ ਸਕਦਾ ਹੈ let ਵੀ ਆ ਸਕਦਾ ਸੋ ਦੈਟਸ ਇਟ ਤੇ ਜਿੱਥੇ ਲੈਟ ਵਾਲਾ ਆਏਗਾ ਉੱਥੇ ਆਪਾਂ ਨਾਲ ਸ਼ੁੱਡ ਲਗਾ ਦਿੰਦੇ ਆ ਹਾਂਜੀ ਅਮਨ ਬੋਲੋ ਬੱਚੇ ਮੈਮ ਸ਼ੁੱਡ ਦਾ ਕਿਵੇਂ ਪਤਾ ਲੱਗੂ ਸ਼ੁੱਡ ਲੱਗਣਾ ਹੈ ਸ਼ੁੱਡ ਹੀ ਲੱਗਣਾ ਹੈ ਠੀਕ ਬਸ ਮੈਂ ਪਹੁੰਚ ਰਹੀ ਹਾਂ ਥੋੜੀ ਦੇਰ शुड ਸਾਰੇ मतलब ਵਰਕਸ चाहिदा ਦੇ है ਵਿੱਚ ਆਈ ਸ਼ੈਲ ਨੋਟ शुड मतलब चाहिदा है सानू हाँ, हाँ। सैर करने जाना चाहिदा है हाँ। तो फिर सजेशन ही होगी ना ਹਾਂ ਸੁਜੈਸਟ ਕਰ ਰਹੇ ਹਾਂ ਨਾ ਆਪਾਂ ਬੇਟਾ ਜਦੋਂ ਆਪਾਂ ਸੁਜੈਸਟ ਕਰਾਂਗੇ ਨਾ ਇਹ ਤੁਸੀਂ ਐਸਾ ਚ ਕੰਬੋ ਯਾਦ ਕਰਨਾ ਪਏਗਾ ਇਟ ਇਜ਼ ਸੁਜੈਸਟਡ that we should go for a walk ਠੀਕ ਹੈ ਸੁਜੈਸਟਡ ਦੇ ਨਾਲ ਆਪਾਂ ਇੱਥੇ should ਦਾ ਕੰਬੋ ਰੱਖਾਂਗੇ ਲੈਟ ਮੈਮ ਮਤਲਬ ਵਾਕ ਦੀ ਪੂਰੀ ਪੰਜਾਬੀ ਕਰਕੇ ਦੇਖਣੀ ਪਊਗੀ ਵੀ ਇਹ ਮਤਲਬ ਗੱਲ ਬਣਦੀ ਹੈ ਜਾਂ ਨਹੀਂ ਬਣਦੀ ਕਿਸ ਤਰੀਕੇ ਨਾਲ ਬਣੂਗਾ ਪੰਜਾਬੀ ਵੀ ਮੋਰਓਵਰ ਤੁਸੀਂ ਇੱਕ ਚੀਜ਼ ਹੋਰ ਕਰ ਸਕਦੇ ਹੋ ਨਾ ਐਸੇ ਨੂੰ ਤੁਸੀਂ ਬਣਾ ਕੇ ਦੇਖੋ ਬਣਦਾ ਹੀ ਨਹੀਂ ਲੈਟ ਨਾਲ ਲਗਾ ਕੇ ਬਣਦਾ ਹੀ ਨਹੀਂ ਸੋ ਜਿੱਥੇ ਆਪਾਂ ਸੁਜੈਸਟ ਕਰਾਂਗੇ ਨਾ ਅਸਲ ਮੈਮ ਬਣਾਈ ਹੋਣਾ ਇਸ ਧੱਕੇ ਨਾਲ ਨਹੀਂ ਬਣਾਣਾ ਨਹੀਂ ਨਾ ਉਹ ਬਣਦਾ ਨਹੀਂਗਾ ਬਣਾ ਕੇ ਦੇਖੋ ਨਹੀਂ ਬਣੇਗਾ let we should go for a walk ਬਣੇਗਾ ਹੀ ਨਹੀਂ ਬਿਲਕੁਲ ਨਹੀਂ ਬਣੇਗਾ ਇਹਦਾ ਕੋਈ ਸੈਂਸ ਨਹੀਂ ਬਣ ਰਿਹਾ ਪਰ ਹਾਂ ਉਹੀ ਹੈ ਨਾ ਮੈਮ ਅਸੀਂ ਤਾਂ ਅਮਨਦੀਪ ਦੀ ਗੱਲ ਵੀ ਠੀਕ ਹੈ ਕਿ ਉਹਨਾਂ ਨੂੰ ਪਤਾ ਹੀ ਨਹੀਂ ਕਿ ਸਹੀ ਕਿਹੜਾ ਤੇ ਗਲਤ ਕਿਹੜਾ ਤਾਂ ਉਹਨਾਂ ਨੂੰ ਲੱਗਦਾ ਹਾਂਜੀ ਉਹੀ ਹੈ ਨਾ ਮੈਮ ਅਸ ਤਾਂ ਬਣਾਈ ਹੋਣਾ ਸੀ ਨਾ ਤਾਂ ਹੀ ਸਾਨੂੰ ਪੁੱਛਿਆ ਵੀ ਇਹਦੀ ਪੰਜਾਬੀ ਜੀ ਕਰਕੇ ਦੇਖਿਆ ਕਰੀ ਵੀ ਗੱਲ ਬਣਦੀ ਹੈ ਜਾਂ ਨਹੀਂ ਬਣਦੀ ਕਰ ਸਕਦੇ ਹੋ ਓਕੇ ਸੋ ਲੈਟ ਵਾਲਾ ਆ ਸਕਦਾ ਸੈਂਟੈਂਸ ਨੈਕਸਟ ਵਨ ਇਜ਼ ਇਨਫਿਨਿਟਿਵ ਇਹ ਬੜਾ ਯੂਨੀਕ ਸੈਂਟੈਂਸ ਹੈ ਬੜਾ ਇੰਟਰਸਟਿੰਗ ਹੈ ਥੋੜਾ ਜਿਹਾ ਹੀ ਕੁਝ ਬਦਲਣਾ ਹੈ ਇਹਦੇ ਵਿੱਚ ਠੀਕ ਹੈ ਸੋ ਇਨਫਿਨਿਟਿਵ ਦੇ ਵਿੱਚ ਕੀ ਹੁੰਦਾ ਹੈ ਟੂ ਵਰਡ ਹੁੰਦਾ ਹੈ ਇਨਫਿਨਿਟਿਵ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ 2 + ਫਸਟ ਫਾਰਮ ਸੈਂਟੈਂਸ ਹੁੰਦਾ ਇਟ ਇਜ਼ ਟਾਈਮ ਟੂ ਸੇ ਆਵਰ ਪ੍ਰੇਅਰਸ ਫॉर एग्जांपल इट इज टाइम टू टेक टी ठीक है तो जिथे टू है ना ये बहुत यूनिक सेंटेंसेस है हुन मतलब ओवरडोज हो जाएगी अज लगता काम ਤੁਹਾਨੂੰ रिवाइज जरूर करने पैने अज वाले क्योंकि ये हैवी है ओके जी ओके आई एम जस्ट कमिंग
It is it is time to take tea. It is time to say our prayers. So it is time ਨੂੰ ਏਦਾਂ ਹੀ ਰੱਖਣਾ ਹੈ. It is time to ਨੂੰ ਏਦਾਂ ਹੀ ਰੱਖਣਾ ਹੈ. ਨਾਲ to ਨੂੰ ਕਨਵਰਟ ਕਰ ਦੇਣਾ ਹੈ for ਦੇ ਵਿੱਚ. ਕਿਸ ਚ to ਨੂੰ ਕਨਵਰਟ ਕਰਨਾ ਹੈ into For. ਰਾਈਟ. ਹੁਣ ਅਗਲੇ ਸੈਂਟੈਂਸ ਨੂੰ ਆਪਾਂ ਪੈਸਿਵ ਵੌਇਸ ਬਣਾਉਣਾ ਹੈ ਇੱਦਾਂ. ਇਟ ਇਜ਼ ਟਾਈਮ ਨੂੰ ਐਸ ਸੱਚ ਰੱਖਾਂਗੇ. ਠੀਕ ਹੈ. ਸੋ ਲੈਟਸ ਸੀ ਹਾਊ ਦ ਥਿੰਗਸ ਟਰਨ ਆਊਟ ਟੂ ਬੀ. ਇਟ For our ਇਜ਼ ਟਾਈਮ prayers to be it is said. time for our prayers to be said. say ਦਾ ਕੀ ਬਣ ਗਿਆ? to say ਦਾ ਕੀ ਬਣ ਗਿਆ? to be said. ਇਹ ਪ੍ਰੈਕਟਿਸ ਕਰਨੀ ਪੈਣੀ ਹੈ. ਠੀਕ ਹੈ. ਅੱਜ ਮਿਕਸਡ ਸੈਂਟੈਂਸਸ ਭੇਜ ਦੂੰਗੀ. ਹੁਣ ਮੈਨੂੰ ਨਹੀਂ ਪਤਾ ਵੀ ਵਿਆਹ ਵਾਲੇ ਘਰ ਦੇ ਵਿੱਚ ਕਿੰਨਾ ਕੁ ਮੈਨੂੰ ਟਾਈਮ ਲੱਗੂਗਾ. ਚਲੋ. ਇਟ ਇਜ਼ ਟਾਈਮ for our prayers to be said. Next one is quasi-passive sentences. Quasi-passive sentences ਬਿਲਕੁਲ ਯੂਨੀਕ ਹੈ. ਇਹਨੂੰ ਤਾਂ ਦੇਖੋ ਤੁਹਾਨੂੰ ਰੱਟਾ ਹੀ ਝਾੜਨਾ ਪੈਣਾ. ਬਿਲਕੁਲ ਹੀ ਰੱਟਾ ਝਾੜਨਾ ਪੈਣਾ. 2-3 ਤਰ੍ਹਾਂ ਦੇ sentences ਆਉਂਦੇ ਆ. ਕੁਨੀਨ ਟੇਸਟ ਬਿਟਰ, ਰੋਜ਼ ਸਮੈਲ ਸਵੀਟ. ਆਹੀ 2 sentences normally ਫਿਰਦੇ ਆ. ਸੋ ਰੋਜ਼ ਸਮੈਲ ਸਵੀਟ. ਬਸ ਟੈਂਸ ਦਾ ਧਿਆਨ ਰੱਖਣਾ. ਜੇ ਹੁੰਦਾ ਰੋਜ਼ ਸਮੈਲਡ ਸਵੀਟ ਤਾਂ ਪਾਸਟ ਟੈਂਸ ਬਣ ਜਾਣਾ ਸੀ. ਰੋਜ਼ ਸਮੈਲਸ ਸਵੀਟ ਹੈ ਤਾਂ ਪ੍ਰੈਜ਼ੈਂਟ ਟੈਂਸ ਹੈ. ਬਸ ਇੰਨਾ ਹੀ ਫਰਕ ਹੈ. ਟੈਂਸ ਦਾ ਧਿਆਨ ਰੱਖਣਾ ਬਸ. ਠੀਕ ਹੈ. ਰੋਜ਼ ਇਜ਼ ਸਵੀਟ ਵੈਨ ਸਮੈਲਡ. ਇਹ ਤਾਂ ਹੈ ਹੀ ਯੂਨੀਕ. ਇਹਨੂੰ ਤੁਸੀਂ ਰੱਟਾ ਹੀ ਚੜਾ ਸਕਦੇ ਹੋ. ਉਹਦਾ ਕੁਛ ਨਹੀਂ ਕਰ ਸਕਦੇ. ਸੋ ਰੋਜ਼ ਸਮੈਲਸ ਸਵੀਟ. ਬਸ ਟੈਂਸ ਦਾ ਧਿਆਨ ਰੱਖਣਾ. ਰੋਜ਼ ਇਜ਼ ਸਵੀਟ ਵੈਨ When smelt. This medicine tasted bitter. बना के देखो. This medicine was bitter when tasted. Exactly. This medicine was bitter. क्यों was हो गया? क्योंकि tasted की सी second form. Second form. Second form of verb changes into was or were plus third form. Got it? So this is how it works. Good? चलो. Over है. मैंने पता है. Overdose है. But this is how we have to rush up with the things. Honey? ਹਾਂਜੀ Yes, honey, ma'am. ਅੱਜ ਪ੍ਰੈਕਟਿਸ ਕਰਨੀ ਹੈ. ਜਾ ਕੇ ਚੰਗੀ ਤਰ੍ਹਾਂ ਅੱਜ ਰਿਵਾਈਜ਼ ਕਰਨਾ ਇਹਨੂੰ. ਪਹਿਲਾਂ ਨਾ ਇਹਨੂੰ Okay. ਅੰਦਰ ਆਪਣੇ ਅੰਦਰ ਧਾਰੋ. ਪੂਰੇ ਰੂਲ ਘਬਰਾਉਣਾ ਨਹੀਂ ਬਸ. ਹੈ ਧਾਰਨਾ ਪਏਗਾ. ਮੈਂ ਕਿਹਾ ਘਬਰਾਉਣਾ ਨਹੀਂ ਬਸ. ਹਾਂ ਬਸ ਠੀਕ ਹੈ ਜੀ. ਮੈਡੀਟੇਸ਼ਨ ਕਰਿਆ ਕਰੋ. ਖੂਬ ਲੰਬੀ ਹੁੰਕਾਰ ਭਰਿਆ ਕਰੋ. ਓਮ ਦੀ, ਇੱਕ ਓਂਕਾਰ ਦੀ, ਵਾਹਿਗੁਰੂ ਦੀ, ਕਿਸੇ ਵੀ ਅੱਛੇ ਸ਼ਬਦ ਦੀ ਹੁੰਕਾਰ ਭਰਿਆ ਕਰੋ. ਸਾਰੀ ਨੈਗੇਟਿਵਿਟੀ ਨਿਕਲ ਜਾਂਦੀ ਹੈ. ਆਪਣੀ ਹੁੰਕਾਰ ਦਾ ਜਿਹੜਾ ਹੈ ਨਾ ਟਾਈਮਿੰਗ, ਉਹਨੂੰ ਵਧਾਉਂਦੇ ਰਹੋ. ਹੁਣ ਜਿਵੇਂ ਮੈਂ ਓਮ ਦਾ ਜਾਪ ਕਰਨਾ ਸ਼ੁਰੂ ਕਰਦੀ ਹਾਂ. ਮਤਲਬ ਮੈਨੂੰ ਤਾਂ ਬਹੁਤ ਸਾਲ ਹੋ ਗਏ ਖੈਰ. ਤਾਂ ਓਮ ਦਾ ਜਦੋਂ ਜਾਪ ਕਰਦੇ ਹਾਂ ਆਪਾਂ ਹੁੰਕਾਰ ਭਰਦੇ ਹਾਂ. ਮੈਂ 2 ਜਾਂ 3 ਵਾਰੀ ਹੋਈ ਕਰਦੀ ਹਾਂ. ਪਰ ਉਹ ਰੋਜ਼ ਕਰਨ ਦੇ ਨਾਲ ਕੀ ਹੁੰਦਾ, ਤੁਹਾਡਾ ਉਹ 1 ਮਿੰਟ ਤੋਂ ਵੀ ਉੱਤੇ ਚਲਾ ਗਿਆ. ਹੌਲੀ ਹੌਲੀ ਕਰਦੇ ਐਂਡ ਇਟ ਰਿਫਲੈਕਟਸ ਅਪੋਨ ਯੂ. When you talk to people, when it reflects upon you, you seem to be very peaceful, at peace with yourself. Problems ਤਾਂ ਸਾਰਿਆਂ ਨੂੰ ਆਉਂਦੀਆਂ ਬੇਟਾ. ਮੈਡੀਕਲ ਇਸ਼ੂਜ਼ ਤਾਂ ਮੇਰੇ ਬਹੁਤ ਜ਼ਿਆਦਾ ਰਹੇ ਹੈ. Some students know about it. ਹੈ ਨਾ. It was like my second birth. So that's fine, that's okay. ਪਰ cool down, cool ਰਹਿਣਾ. toxins ਨੂੰ release ਕਰਦੇ ਰਹਿਣਾ. right? Next one is modals. ਮੋਡਲਸ ਦੇ ਵਿੱਚ ਹਮੇਸ਼ਾ ਫਸਟ ਫਾਰਮ ਆਫ ਵਰਬ ਹੁੰਦੀ ਹੈ, ਜਿਹੜੀ ਨੋਰਮਲ ਸੈਂਟੈਂਸਸ ਦੇ ਵਿੱਚ ਹੁੰਦੀ ਹੈ. ਇਹ ਕਿਹੜੇ ਹੋ ਗਏ ਜਿਹੜੇ ਮੋਡਲਸ ਹੁੰਦੇ ਆ? ਮੇ, ਮਾਈਟ, ਵਿਲ, ਵੁੱਡ, ਸ਼ੈਲ, ਸ਼ੁੱਡ, ਮਸਟ, ਕੈਨ, ਕੁਡ, ought to, need to, had to, even dare to ਵੀ ਹੁੰਦਾ. ਹਰੇਕ ਦੇ ਵਿੱਚ ਟੂ ਲੱਗਣ ਨਾਲ ਕੀ ਬਣ ਗਿਆ? ਜਿਵੇਂ ought to, need to, had to. ਇਹਨਾਂ ਸਾਰਿਆਂ ਦੇ ਵਿੱਚ ਟੂ ਲੱਗਣ ਨਾਲ ਨੈਚੁਰਲੀ ਫਸਟ ਫਾਰਮ ਆਏਗੀ. ਲੇਕਿਨ ਜਦੋਂ ਇਹਨੂੰ ਬਦਲਣਾ ਹੈ ਤਾਂ ਮੋਡਲ ਦੇ ਨਾਲ ਬੀ ਪਲੱਸ ਥਰਡ ਫਾਰਮ. ਬਸ ਇਹਦੀ ਇੰਟਰਸਟਿੰਗ ਗੱਲ ਇਹ ਹੈ, ਜੇ ਮੇ ਹੈ ਤਾਂ ਮੇ ਬੀ ਬਣ ਜਾਏਗਾ. ਮੇ ਦਾ ਮਾਈਟ ਨਹੀਂ ਬਣਾਉਣਾ. ਬਸ ਆਹ ਕੰਮ ਨਾ ਕਰਿਓ, ਕਿਉਂਕਿ ਟੈਂਸ ਹੈਜ਼ ਟੂ ਰਿਮੇਨ ਦ ਸੇਮ. ਬਸ ਦਿਸ ਇਜ਼ ਵੇਅਰ ਦ ਸਟੂਡੈਂਟਸ ਕਮਿਟ ਐਨ ਐਰਰ. ठीक है. So may has to remain the same, might has to remain the same, can has to remain the same, because tense has to remain the same. Got it? So let's start with that. She may run this race. Let's make a sentence. She may run this race. Yes, what should it be? She
she is subject. May run verb. This race object. Yes. This Mani? may This race may be run by her. Excellent. This race may be. ਹੁਣ स्टूडेंट्स की कर दे may the might बना देंगे. गलत हो गया. टेंस बदल गया. टेंस पास्ट चले गए तुसी. This is wrong. इससे करके पोइम बनाई है. Subject becomes. object. Object becomes. Subject. Verb form always. Third form. Tense remains the. Same. है ना? Tense remains the same. Full stop remains. Full stop. Question mark remains. Question mark. ਮੇਜਰ ਮਨੀ ਨਿਰਮਲ ਕੋਈ ਨਹੀਂ ਬੋਲ ਰਹੇ ਤੁਸੀਂ ਅਮਨਦੀਪ ਜਦ ਤੱਕ ਤੁਸੀਂ ਬੋਲੋਗੇ ਨਹੀਂ ਤਦ ਤੱਕ ਤੁਹਾਡੇ ਅੰਦਰ ਇਹ ਗੱਲ ਨਹੀਂ ਬੈਠਣੀ ਬੱਚੇ ਬੋਲਣ 'ਚ ਕੁਝ ਨਹੀਂ ਕੱਸਣਾ ਬੋਲੋ ਠੀਕ ਹੈ ਸੋ ਆਪਾਂ ਕਿੱਥੇ ਸੀ WH remains WH ਵਿਵੇਕ ਮਿਸਟਰ ਲਿਖਾ ਪੈਨ who becomes WH ਮੈਨੂੰ ਨੀਂਦ ਆ ਗਈ ਹੁਣ ਬਸ who becomes ਇੰਨਾ ਬੋਰ ਹੋ ਮੇਰੀਆਂ ਅੱਖਾਂ ਬੰਦ ਹੋ ਰਹੀਆਂ ਨਹੀਂ ਮੈਡਮ ਮੈਨੂੰ ਇਸ ਵੇਲੇ ਪਤਾ ਨਹੀਂ ਕਿਉਂ ਨੀਂਦ ਚੜ ਜਾਂਦੀ ਹੈ ਅੱਛਾ ਇਹ ਵਿਵੇਕ ਦਾ ਟਾਈਮ ਹੈ ਮੈਂ ਵਿੱਚ ਸੋ ਵੀ ਗਿਆ ਸੀ 5 ਮਿੰਟ ਮੈਨੂੰ ਪਤਾ ਹੀ ਨਹੀਂ ਲੱਗਾ am I that boring ਅੱਛਾ ਤਾਂ ਹੀ ਤੁਸੀਂ ਵੱਧ ਕੇ ਬੋਲਦੇ ਹੋ ਤਾਂ ਕਿ ਸੌਂ ਨਾ ਨੀਂਦ ਨਾ ਆਵੇ okay so do does change into एग्जाम did changes into was were ਤਾਂ ਇਸ sentence ਦਾ ਬਣ ਗਿਆ this race may be run by her ਅਗਲਾ ਬਣਾਓ I might miss the train ਸ਼ਾਬਾਸ਼ The train might be missed by me. Missed by me. Missed by me. might be missed by Missed by me. me. Girls, you also speak, please. So that's all about voice. That's all about voice. मैं हुणे ਤੁਹਾਡੇ ਨਾਲ ਸ਼ੇਅਰ ਕਰਨਾ ਹੈ ਹਨਾ ਇਸ ਹਾਂਜੀ ਪੂਰੀ ਉਹ ਜਿਹੜਾ ਹੈ voice ਦੀ ਫਾਈਲ ਨੂੰ ਸ਼ੇਅਰ ਕਰਨਾ ਸ਼ੇਅਰ ਮੈਮ ਜਿਹੜਾ ਤੁਸੀਂ ਲੈਟ ਵਾਲਾ ਫਸਟ ਸੈਂਟੈਂਸ ਬਣਵਾਇਆ ਸੀ ਜੀ ਉਹਦਾ ਉਸ ਨੂੰ ਆਪਾਂ ਨਹੀਂ ਬਣਾ ਸਕਦੇ ਸਜੈਸਟਡ ਕਰ ਸਕਦੇ ਹੋ ਕੀ ਸੀਗਾ ਹਾਂਜੀ, ਮਤਲਬ ਸੈਂਟੈਂਸ ਲੈਟ ਮੀ ਫਿਨਿਸ਼ ਦਿਸ ਵਰਕ ਹਾਂਜੀ ਹਾਂਜੀ ਹਾਂ ਉਹਦਾ ਬਣਾ ਸਕਦੇ ਹੋ ਪਰ ਜਿਹੜਾ ਹੈ ਦੂਸਰੇ ਦਾ ਨਹੀਂ ਬਣਾ ਸਕਦੇ ਦੂਸਰੇ ਦਾ ਲੈਟ ਵਾਲਾ ਨਹੀਂ ਬਣਾ let us go for a walk ਹਾਂ ਇਹਦਾ ਨਹੀਂ ਬਣੇਗਾ so we are suggested ਆਊਗਾ ਹਾਂ it is suggested that we should go for a walk you are suggested he is suggested she is suggested ਕੁਝ ਵੀ ਬਣਾ ਸਕਦੇ ਹੋ ਇਹਦਾ ਇੱਕ ਮਿੰਟ ਮੈਂ ਇਸ 'ਚ ਪਹਿਲਾਂ ਪਾ ਦਾਂ ਹੁਣ ਨਾ ਮੈਂ ਪ੍ਰੈਪੋਜੀਸ਼ਨਸ ਰਿਵਾਈਜ਼ ਕਰ ਲਾਂ ਉਸ ਤੋਂ ਬਾਅਦ ਮੈਂ ਟ੍ਰਾਂਸਫਾਰਮੇਸ਼ਨ ਆਫ ਸੈਂਟੈਂਸਸ ਕਰ ਲਾਂ ਮੈਂ ਬਹੁਤ ਜਲਦੀ ਜਾਣਾ ਹੈ ਅੱਜ ਮੈਂ ਥੋੜਾ ਟਾਈਮ ਮੈਮ ਟ੍ਰਾਂਸਫਾਰਮੇਸ਼ਨ ਕੋਈ ਗੱਲ ਨਹੀਂ ਕੱਲ ਤੋਂ ਸ਼ੁਰੂ ਕਰ ਲਾਂਗੇ ਹਾਂ ਅੱਜ ਨਾ ਤੁਸੀਂ ਇੱਕ ਵਾਰੀ ਪ੍ਰੈਪੋਜੀਸ਼ਨਸ ਰਿਵਾਈਜ਼ ਕਰ ਲਓ ਪਲੀਜ਼ ਉਹ ਨਾ ਫਿਰ ਸਾਰਿਆਂ ਨੂੰ ਸਮਝ ਲੱਗ ਜਾਏਗਾ ਵੀ ਪ੍ਰੈਪੋਜੀਸ਼ਨਸ ਕਰਨੀਆਂ ਕਿਵੇਂ ਆਪਾਂ ਰਿਵਾਈਜ਼ ਨਹੀਂ ਤਾਂ ਅਦਰਵਾਈਜ਼ ਨਾ ਉਹ ਰਿਦਮ ਜੀ ਨਹੀਂ ਬਣੇਗੀ ਜੇ ਇਹਨਾਂ ਨੂੰ ਆਪਾਂ ਨਾ ਦੱਸਿਆ ਅੱਜ ਚ ਫਿਰ ਉਹ ਗੱਲ ਜੀ ਬਣਨੀ ਨਹੀਂ ਹਨਾ ਸੋ ਇੱਕ ਮੈਮ ਤੁਸੀਂ ਅੱਜ ਵਾਲਾ ਕੰਮ ਕਰਤਾ ਸੀ ਚੈੱਕ ਜੀ ਕਿੱਥੇ ਮੈਂ ਕਿਤੇ ਹੋਰ ਹੀ ਬਿਜ਼ੀ ਆ ਮੈਂ ਤੁਹਾਨੂੰ ਦੱਸ ਤਾਂ ਰਹੀ ਆ ਇਹਦਾ ਚਮਕ ਦਮਕ ਪਾ ਕੇ ਜੇ ਮੈਂ ਬੈਠੀ ਆ there might be something happening ਦੁਖਤੀ ਰੱਖਤੇ ਉਂਗਲ ਰੱਖਤੀ ਉਹ ਤਾਂ ਹੀ ਤਾਂ ਵਿਵੇਕ ਕਹਿ ਰਹੇ ਸੀਗੇ ਨਾ ਵਿਵੇਕ ਕਹਿੰਦੇ ਕਿ ਬਈ ਆਪਾਂ ਮੈਮ ਕੋਈ ਗੱਲ ਨਹੀਂ ਤੁਸੀਂ ਜਦੋਂ ਚੱਕ ਦੋਗੇ ਨਾ ਫੱਟੇ ਫਿਰ ਇੱਕਦਮ ਹੀ ਚੱਕ ਦਿਓ ਮੈਂ ਕਿਹਾ ਗੱਲ ਤਾਂ ਠੀਕ ਹੈ ਫਿਰ ਐਕਚੁਅਲੀ ਮੈਂ ਫਸਟ ਟਾਈਮ ਅੱਜ ਕੀਤਾ ਸੀ ਨਾ ਥੋੜਾ ਜਿਹਾ ਮੈਂ ਕਿਹਾ ਚਲੋ ਫਸਟ ਟਾਈਮ ਕੰਮ ਕੀਤਾ ਫਸਟ ਟਾਈਮ ਹੀ oh that's why he's crazily asking ਮੈਂ ਤਾਂ ਮੈਮ ਕੀਵਰਡ ਯੂਜ਼ ਕੀਤਾ ਹੈ crazingly asking crazily 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 Okay. it's an adverb crazily asking मतलब कि बड़े crazed पूछ रहे हैं okay चलो now listen to me those who have joined in this class for the first time this is the way we learn prepositions मैम स्क्रीन शो नहीं हो रही it is showing अच्छा फिर मेरे पता नहीं बंद हो गई मैं दोबारा ज्वाइन करना अमित show ਨਹੀਂ ਮੈਮ ਸਾਡੇ ਕੋਲ ਵੀ ਨਹੀਂ ਹੋ ਰਹੀ ਸ਼ੋ नहीं हो रही मैम ब्लैक हो गया ਬਲੈਕ ਹੋ ਜਾਣਾ ਹੋ ਰਹੀ ਹੈ ਇੱਕ ਮਿੰਟ ਮੈਨੂੰ ਲੱਗਦਾ ਮੇਰੇ ਕੋਲ ਤਾਂ ਹੋ ਰਹੀ ਹੈ ਚੈੱਕ ਕਰੋ ਨਿਰਮਲ ਤੁਹਾਡੇ ਕੋਲ ਹੋ ਰਹੀ ਹੈ ਮੇਰੇ ਕੋਲ ਹੁੰਦੀ ਵੀ ਹੈ ਜੀ फिर नेटवर्क प्रॉब्लम है रुको ਤੁਸੀਂ ਥੋੜਾ ਜਿਹਾ
दोबारा रिफ्रेश करके कुछ ਹਾਂਜੀ ਹਾਂਜੀ ਠੀਕ ਹੈ ਮੈਮ because I was actually trying to shuffle ਤਾਂ ਉਹ ਜਲਦੀ ਜਲਦੀ ਦੇ ਵਿੱਚ ਹੋ ਸਕਦਾ ਹੋ ਗਈ ਮੈਡਮ ਹੋ ਗਈ ਹੋਗੀ ਇੱਕ on one unconfirmed user okay admit she is Rajveer so late ਕੀ ਹੋ ਗਿਆ ਬੱਚੇ ਸਭ ਠੀਕ ਹੈ